Hello, good morning students. Today we will do the chapter How, When and Where, which is the first chapter of your history book. How dates are important या how important are dates. Dates ਜਾਂ ਤਰੀਕਾਂ ਆਪਾਂ ਜਿਹੜੀਆਂ ਹੁੰਦੀਆਂ ਨੇ ਠੀਕ ਹੈ ਕਿੰਨੀਆਂ ਇੰਪੋਰਟੈਂਟ ਹੁੰਦੀਆਂ ਨੇ ਆਪਾਂ ਪੜ੍ਹਦੇ ਹਾਂ. There was a time when historians were fascinated with dates. Historians ਹੁੰਦੇ ਨੇ ਜਿਹੜੇ ਹਿਸਟਰੀ ਬਾਰੇ ਸਰਚ ਕਰਦੇ ਨੇ, ਹਿਸਟਰੀ ਬਾਰੇ ਆਪਾਂ ਨੂੰ ਦੱਸਦੇ ਨੇ ਠੀਕ ਹੈ. ਉਹ ਬਹੁਤ ਜ਼ਿਆਦਾ ਉਤਸੁਕ ਹੁੰਦੇ ਸੀ, ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਸੀ ਡੇਟਸ ਨੂੰ ਲੈ ਕੇ ਠੀਕ ਹੈ. ਮਤਲਬ ਜਿੰਨੀਆਂ ਪੁਰਾਣੀਆਂ ਉਹਨਾਂ ਨੂੰ ਚੀਜ਼ਾਂ ਲੱਭਦੀਆਂ ਸੀ ਠੀਕ ਹੈ, ਜਾਂ ਉਹ ਖੋਜ ਕਰਦੇ ਸੀ ਜਿੰਨੀਆਂ ਪੁਰਾਣੀਆਂ ਚੀਜ਼ਾਂ ਜਾਂ ਡੇਟਸ ਉਹਨਾਂ ਨੂੰ ਮਿਲਦੀਆਂ ਸੀ ਉਸ ਤੋਂ ਹੋਰ ਜ਼ਿਆਦਾ ਪੁਖਤਾ ਸਬੂਤ ਮਿਲਦੇ ਸੀ ਆਪਣੀ ਹਿਸਟਰੀ ਦੇ ਬਾਰੇ, ਜਿਸ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੁੰਦੇ ਸੀ. There were heated debates about the dates of which rulers were crowned or battles were fought. ਮਤਲਬ ਕਿ ਬਹੁਤ ਜ਼ਿਆਦਾ ਡਿਬੇਟਸ ਯਾਨੀ ਕਿ ਬਹਿਸਬਾਜ਼ੀ ਹੁੰਦੀ ਸੀ ਹੈ ਨਾ ਲੋਕਾਂ ਦੇ ਵਿੱਚ. ਹਿਸਟੋਰੀਅਨਸ ਹੁੰਦੇ ਸੀ ਜਿਹੜੇ ਉਹਨਾਂ ਦੇ ਵਿੱਚ ਕਿ ਕਦੋਂ ਉਹ ਕਿਸੇ ਰਾਜੇ ਨੇ ਮਤਲਬ ਕਿ ਉਸ ਨੂੰ ਰਾਜ ਗੱਦੀ ਮਿਲੀ ਠੀਕ ਹੈ, ਉਸ ਦੇ ਸਿਰ 'ਤੇ ਕਰਾਊਨ ਰੱਖਿਆ ਗਿਆ, ਅਤੇ ਜਾਂ ਕਦੋਂ ਉਸਨੇ ਕੋਈ ਬੈਟਲ ਜਿਹੜੀ ਹੈ ਲੜਾਈ ਲੜੀ ਠੀਕ ਹੈ. ਇਨ ਦਾ ਕਾਮਨ ਸੈਂਸ ਨੋਸ਼ਨ ਹਿਸਟਰੀ ਵਾਜ਼ ਸਿਨੋਨੀਮਸ ਵਿਦ ਡੇਟਸ. ਮਤਲਬ ਹਿਸਟਰੀ ਦਾ ਮਤਲਬ ਵੀ ਠੀਕ ਹੈ ਡੇਟਸ ਹੁੰਦੀਆਂ ਨੇ. ਆਪਾਂ ਆਮ ਤੌਰ 'ਤੇ ਗੱਲ ਕਰਦੇ ਹੁੰਦੇ ਹਾਂ ਠੀਕ ਹੈ. ਹਿਸਟਰੀ ਬੋਰਿੰਗ ਲੱਗਦੀ ਆ ਆਪਾਂ ਨੂੰ ਕਿਉਂਕਿ ਹਿਸਟਰੀ ਦੇ ਵਿੱਚ ਆਪਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡੇਟਸ ਜਿਹੜੀਆਂ ਨੇ ਯਾਦ ਰੱਖਣੀਆਂ ਪੈਂਦੀਆਂ ਨੇ. History is certainly about changes that occur over time. It is about finding out how things were in the past and how things have changed. ਮਤਲਬ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਠੀਕ ਆ ਉਹ ਸਾਰੀਆਂ ਹਿਸਟਰੀ ਦੇ ਵਿੱਚ ਹੀ ਜਾਣਗੀਆਂ. ਇਟ ਇਜ਼ ਅਬਾਊਟ ਫਾਈਂਡਿੰਗ ਆਊਟ ਹਾਊ ਥਿੰਗਸ ਵਰ ਇਨ ਦਾ ਪਾਸਟ ਐਂਡ ਹਾਊ ਥਿੰਗਸ ਹੈਵ ਚੇਂਜਡ. ਪੁਰਾਣੀਆਂ ਗੱਲਾਂ ਕਿਵੇਂ ਸੀ, ਪੁਰਾਣਾ ਜਿਹੜਾ ਸਮਾਂ ਸੀ ਉਹ ਕਿੱਦਾਂ ਦਾ ਸੀ ਅਤੇ ਹੁਣ ਕਿੱਦਾਂ ਚੇਂਜ ਹੋ ਗਿਆ. ਐਜ਼ ਸੂਨ ਐਜ਼ ਵੀ ਕੰਪੇਅਰ ਦਾ ਪਾਸਟ ਵਿਦ ਦਾ ਪ੍ਰੈਜੈਂਟ ਵੀ ਰੈਫਰ ਟੂ ਟਾਈਮ ਵੀ ਟਾਕ ਆਫ ਬਿਫੋਰ ਐਂਡ ਆਫਟਰ. ਜਦੋਂ ਆਪਾਂ ਪਾਸਟ ਬਾਰੇ ਗੱਲ ਕਰਦੇ ਹਾਂ ਤਾਂ ਪ੍ਰੈਜੈਂਟ ਬਾਰੇ ਕੰਪੇਅਰ ਕਰਦੇ ਹਾਂ ਠੀਕ ਹੈ. ਆਪਾਂ ਪਹਿਲਾਂ ਗੱਲ ਕਰਦੇ ਹਾਂ ਪਿੱਛੇ ਦੀ, ਬਿਫੋਰ ਜਿਹੜਾ ਪਹਿਲਾਂ ਹੋ ਚੁੱਕਿਆ, ਅਤੇ ਉਸ ਤੋਂ ਬਾਅਦ ਕੀ ਹੋਇਆ, ਆਪਾਂ ਚੇਂਜਿਸ ਕੀ ਆਈਆਂ ਠੀਕ ਹੈ. ਲਿਵਿੰਗ ਇਨ ਦਾ ਵਰਲਡ ਵੀ ਡੋ ਨਾਟ ਆਲਵੇਜ਼ ਆਸਕ ਹਿਸਟੋਰੀਕਲ ਕੁਐਸਚਨਸ ਅਬਾਊਟ ਵਟ ਵੀ ਸੀ ਅਰਾਊਂਡ ਅਸ. ਵੀ ਟੇਕ ਥਿੰਗਸ ਫੋਰ ਗ੍ਰਾਂਟਡ ਐਜ਼ ਵਟ ਵੀ ਸੀ ਹੈਜ਼ ਆਲਵੇਜ਼ ਬੀਨ ਇਨ ਦਾ ਵਰਲਡ ਵੀ ਇਨਹੈਬਿਟ. ਕਹਿੰਦੇ ਆਪਾਂ ਜ਼ਿੰਦਗੀ ਦੇ ਵਿੱਚ ਰਹਿੰਦੇ ਹੋਏ ਆਪਾਂ ਕਦੇ ਵੀ ਪਾਸਟ ਬਾਰੇ ਮਤਲਬ ਇੱਦਾਂ ਹਿਸਟਰੀ ਦੀ ਗੱਲ ਹੀ ਨਹੀਂ ਕਰਦੇ ਹੈ ਨਾ. ਆਪਾਂ ਚੀਜ਼ਾਂ ਗ੍ਰਾਂਟਡ ਇੱਦਾਂ ਲੈ ਲੈਂਦੇ ਹਾਂ ਕਿ ਜਿੱਦਾਂ ਇਹ ਹਮੇਸ਼ਾ ਤੋਂ ਹੀ ਇੱਦਾਂ ਦੀਆਂ ਹੋਣ, ਬਟ ਨਹੀਂ, ਇਹ ਇੱਦਾਂ ਦੀਆਂ ਨਹੀਂ ਸੀ. ਇਹ ਹੌਲੀ ਹੌਲੀ ਕਿਵੇਂ ਨਾ ਕਿਵੇਂ ਸਰਕਮਸਟਾਂਸਿਸ ਕੁਝ ਹੋਰ ਸੀ ਠੀਕ ਆ, ਹੌਲੀ ਹੌਲੀ ਉਸ ਦੇ ਵਿੱਚ ਚੇਂਜਸ ਆਉਂਦੇ ਗਏ ਅਤੇ ਫਿਰ ਜਾ ਕੇ ਉਸ ਤਰ੍ਹਾਂ ਬਣਿਆ ਜਿਸ ਤਰ੍ਹਾਂ ਅੱਜ ਆਪਣੀ ਜਿਹੜੀ ਲਾਈਫ ਹੈ ਜਾਂ ਆਪਣੇ ਆਲੇ ਦੁਆਲੇ ਆਪਣੀ ਸਰਾਊਂਡਿੰਗਸ ਨੇ ਉਸ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਉਸ ਤੋਂ ਬਾਅਦ ਇਹ ਇੱਦਾਂ ਦਾ ਹੋਇਆ ਠੀਕ ਹੈ ਬੱਚੇ. But most of us have our moments of wonder when we are curious and we ask questions that actually are historical. Watching someone sip a cup of tea at a roadside tea stall, you may wonder when did people begin to drink tea or coffee. ਕਹਿੰਦੇ ਰੋਡ ਸਾਈਡ 'ਤੇ ਤੁਸੀਂ ਕਿਸੇ ਨੂੰ ਦੇਖਦੇ ਹੋ ਚਾਹ ਪੀਂਦੇ ਹੋਏ ਠੀਕ ਹੈ, ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਦੇ ਹੋਵੋਗੇ ਕਿ ਚਾਹ ਪੀਣੀ ਜਾਂ ਕੌਫੀ ਪੀਣੀ ਲੋਕਾਂ ਨੇ ਕਦੋਂ ਤੋਂ ਸ਼ੁਰੂ ਕੀਤੀ ਹੈ. Looking out of the window of a train, you may ask yourself when were railways built and how did people travel long distances before the age of railways. ਰੇਲਵੇ ਦੇ ਵਿੱਚ ਵੀ ਤੁਸੀਂ ਸੋਚਦੇ ਹੋਵੋਗੇ ਠੀਕ ਹੈ, ਟ੍ਰੇਨ ਨੂੰ ਦੇਖ ਕੇ ਸੋਚਦੇ ਹੋਵੋਗੇ ਕਿ ਰੇਲਵੇਜ਼ ਜਿਹੜੀਆਂ ਟ੍ਰੇਨਸ ਨੇ ਉਹ ਕਦੋਂ ਸਟਾਰਟ ਹੋਈਆਂ, ਅਤੇ ਰੇਲਵੇਜ਼ ਤੋਂ ਪਹਿਲਾਂ ਲੋਕ ਲੌਂਗ ਡਿਸਟੈਂਸ ਕਿੱਦਾਂ ਕਵਰ ਕਰਦੇ ਹੋਣਗੇ ਠੀਕ ਹੈ. ਰੀਡਿੰਗ ਦਾ ਨਿਊਜ਼ਪੇਪਰ ਇਨ ਦਾ ਮਾਰਨਿੰਗ ਯੂ ਮੇ ਬੀ ਕਿਊਰੀਅਸ ਟੂ ਨੋ ਅਬਾਊਟ ਹਾਊ ਪੀਪਲ ਗੋ ਆਊਟ ਟੂ ਹੀਅਰ ਅਬਾਊਟ ਥਿੰਗਸ ਬਿਫੋਰ ਨਿਊਜ਼ਪੇਪਰ ਬਿਗਨ ਟੂ ਬੀ ਪ੍ਰਿੰਟਡ. ਅਖਬਾਰਾਂ ਤੋਂ ਪਹਿਲਾਂ ਵੀ ਚੀਜ਼ਾਂ ਕਿੱਦਾਂ ਮਤਲਬ ਇੱਕ ਦੂਜੇ ਤੱਕ ਪਹੁੰਚਦੀਆਂ ਸੀਗਾ, ਇੱਕ ਦੂਜੇ ਤੱਕ ਖਬਰਾਂ ਪਹੁੰਚਦੀਆਂ ਸੀ, ਕਿੱਦਾਂ ਕਿਤੇ ਕੁਛ ਹੋ ਰਿਹਾ ਠੀਕ ਆ, ਉਹ ਚੀਜ਼ਾਂ ਬਾਰੇ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਸੀ. ਇਹ ਚੀਜ਼ਾਂ ਬਾਰੇ ਵੀ ਆਪਾਂ ਸੋਚਦੇ ਹਾਂ ਜਦੋਂ ਆਪਾਂ ਕਿਤੇ ਕਿਸੇ ਨੂੰ ਅਖਬਾਰ ਪੜ੍ਹਦਾ ਦੇਖਦੇ ਹਾਂ ਠੀਕ ਹੈ ਬੱਚੇ. All such historical questions refer us back to notions of time, but time does not have to be always precisely dated in terms of a particular year or a month. Sometimes it is actually incorrect to fix precise dates to processes that happen over a period of time. ਬਟ ਕਹਿੰਦੇ ਹਮੇਸ਼ਾ ਦੀ ਤਰ੍ਹਾਂ ਕਿਸੇ ਵੀ ਚੀਜ਼ ਦਾ ਟਾਈਮ ਪਤਾ ਕਰਨਾ, ਐਗਜ਼ੈਕਟ ਡੇਟ ਪਤਾ ਕਰਨੀ ਉਹ ਮੁਸ਼ਕਿਲ ਹੁੰਦੀ ਹੈ ਠੀਕ ਹੈ. ਸੋ ਆਪਾਂ ਇੱਕ ਪੀਰੀਅਡ ਮੰਨ ਲੈਂਦੇ ਹਾਂ ਠੀਕ ਹੈ ਕਿ ਹਾਂ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ, ਬਟ ਇਹ ਨਹੀਂ ਪਤਾ ਅੱਜ ਤੋਂ 100 ਸਾਲ ਪਹਿਲਾਂ ਆਪਾਂ ਗੱਲ ਕਰ ਦਿੰਦੇ ਹਾਂ ਠੀਕ ਹੈ. ਬਟ ਇਹ ਥੋੜ੍ਹੀ ਵੀ ਐਗਜ਼ੈਕਟ 100 ਈਅਰਸ ਪਹਿਲਾਂ, ਬਟ ਨਹੀਂ ਹੋ ਸਕਦਾ ਉਹ 105 ਸਾਲ ਪਹਿਲਾਂ ਹੋਵੇ, ਹੋ ਸਕਦਾ ਉਹ 95 ਈਅਰਸ ਪਹਿਲਾਂ ਹੋਵੇ, ਬਟ ਅੱਜ ਤੋਂ 100 ਸਾਲ ਪਹਿਲਾਂ ਅਪਰੋਕਸੀਮੇਟਲੀ ਗੱਲ ਕਰਦੇ ਹਾਂ ਠੀਕ ਹੈ ਆਪਾਂ. ਦੇ ਡਿਵੈਲਪਡ ਅ ਟੇਸਟ for it over time and there can be no one clear date for process such as this. ਮਤਲਬ ਕਿ ਚਾਹ ਪੀਣੀ ਜਿੱਦਾਂ ਆਪਾਂ ਗੱਲ ਕੀਤੀ ਸੀ ਠੀਕ ਹੈ, ਉਹਦੀ ਹੁਣ ਕੋਈ ਐਗਜ਼ੈਕਟ ਡੇਟ ਥੋੜ੍ਹੀ ਹੋਊਗੀ ਕਿ ਹਾਂ ਚਾਹ ਕਦੋਂ ਸਟਾਰਟ ਹੋਈ, ਬਟ ਇੱਕ ਟਾਈਮ ਹੋ ਸਕਦਾ ਵੀ ਹਾਂ ਅੱਜ ਤੋਂ 100 ਸਾਲ ਪਹਿਲਾਂ ਕੋਈ ਆਇਆ ਹੋਊਗਾ, ਉਹਦੇ ਥਰੂ ਆਪਣੇ ਕੰਟਰੀ ਦੇ ਵਿੱਚ ਜਿਹੜੀ ਟੀ ਆਈ ਹੋਊਗੀ ਜਾਂ ਕੁਛ ਹੋਇਆ ਹੋਊਗਾ ਠੀਕ ਹੈ. ਇੱਦਾਂ ਆਪਾਂ ਅਪਰੋਕਸੀਮੇਟਲੀ ਡੇਟ ਕੰਸੀਡਰ ਕਰਦੇ ਹਾਂ ਠੀਕ ਹੈ. ਸੋ ਇਹ ਸਾਰਾ ਪੈਰਾਗ੍ਰਾਫ ਇਸੇ ਚੀਜ਼ ਬਾਰੇ ਲਿਖਿਆ ਹੋਇਆ ਕਿ ਡੇਟਸ ਜਿਹੜੀਆਂ ਨੇ ਆਪਾਂ ਐਗਜ਼ੈਕਟ ਡੇਟ ਦੀ ਗੱਲ ਨਹੀਂ ਕਰ ਸਕਦੇ, ਬਟ ਇੱਕ ਹਾਂ ਉਹ ਪੀਰੀਅਡ ਦੀ ਗੱਲ ਕਰ ਸਕਦੇ ਹਾਂ ਕਿ ਹਾਂ ਉਹਨਾਂ ਟਾਈਮਸ
ਉਸ ਟਾਈਮ ਦੇ ਵਿੱਚ, ਠੀਕ ਹੈ। ਇਹ ਇੱਦਾਂ ਹੋਇਆ ਸਾਰਾ ਕੁਛ। ਵਿਚ ਡੇਟਸ, ਕਿਹੜੀਆਂ ਡੇਟਸ ਇੰਪੋਰਟੈਂਟ ਹੁੰਦੀਆਂ ਨੇ, ਠੀਕ ਹੈ। ਆਪਾਂ ਨੈਕਸਟ ਪੈਰਾਗ੍ਰਾਫ 'ਤੇ ਆ ਰਹੇ ਹਾਂ, ਠੀਕ ਹੈ। ਇਹ ਜਿਹੜਾ ਪਿਛਲਾ ਪੈਰਾਗ੍ਰਾਫ ਸੀ, ਠੀਕ ਹੈ, ਇਹਦੇ ਵਿੱਚ ਕੀ ਦੱਸਿਆ ਸੀ ਆਪਾਂ ਨੂੰ ਵੀ ਹਾਂ ਡੇਟਸ ਇੰਪੋਰਟੈਂਟ ਨੇ, ਬਟ ਉਹਦੇ ਵਿੱਚ ਆਪਾਂ ਐਗਜ਼ੈਕਟ ਡੇਟ ਨਹੀਂ ਪਤਾ ਕਰ ਸਕਦੇ, ਠੀਕ ਹੈ। ਅਤੇ ਜਿਹੜੀਆਂ ਚੇਂਜਸ ਅੱਜ ਆਪਾਂ ਦੇਖ ਰਹੇ ਹਾਂ ਵਰਲਡ ਦੇ ਵਿੱਚ, ਠੀਕ ਹੈ, ਇਹ ਬਿਲਕੁਲ ਇੱਦਾਂ ਨਹੀਂ ਸੀ। ਇਹ ਹਿਸਟਰੀ ਦੇ ਵਿੱਚ ਮਤਲਬ ਕਿ ਸਰਕਮਸਟਾਂਸਿਸ ਕੁਝ ਹੋਰ ਸੀ, ਹੌਲੀ ਹੌਲੀ ਚੇਂਜਸ ਹੁੰਦੇ ਗਏ, ਠੀਕ ਹੈ। ਫਿਰ ਜਾ ਕੇ ਕਿਤੇ ਅੱਜ ਜੋ ਚੀਜ਼ਾਂ ਆਪਣੇ ਹਾਲਾਤ ਪੈਦਾ ਹੋਏ ਨੇ, ਠੀਕ ਹੈ, ਇਹ ਸਾਰਾ ਕੁਛ ਹਿਸਟਰੀ ਦੇ ਵਿੱਚ ਕੁਛ ਨਾ ਕੁਛ ਚੇਂਜਸ ਹੋਏ, ਠੀਕ ਹੈ, ਜਾਂ ਕੁਝ ਆਪਾਂ ਨੇ ਕੀਤੇ, ਤਾਂ ਕਰਕੇ ਅੱਜ ਲਾਈਫ ਆਪਣੀ ਇੱਦਾਂ ਦੀ ਹੈ। ਵਿਚ ਡੇਟਸ, ਕਿਹੜੀਆਂ ਡੇਟਸ ਆਪਣੀਆਂ ਇੰਪੋਰਟੈਂਟ ਨੇ। ਬਾਈ ਵਾਟ ਕ੍ਰਾਈਟੀਰੀਆ ਡੂ ਵੀ ਚੂਜ਼ ਅ ਸੈਟ ਆਫ ਡੇਟਸ ਐਜ਼ ਇੰਪੋਰਟੈਂਟ। ਆਪਾਂ ਕਿਹੜਾ ਕ੍ਰਾਈਟੀਰੀਆ ਫੋਲੋ ਕਰਦੇ ਹਾਂ ਕਿ ਆਪਾਂ ਡੇਟਸ ਨੂੰ ਇੰਪੋਰਟੈਂਟ ਮੰਨਦੇ ਹਾਂ। ਦ ਡੇਟਸ ਵੀ ਸਿਲੈਕਟ ਦ ਡੇਟਸ ਅਰਾਊਂਡ ਵਿਚ ਵੀ ਕੰਪੋਜ਼ ਆਰ ਸਟੋਰੀ ਆਫ ਦ ਪਾਸਟ ਆਰ ਨਾਟ ਇੰਪੋਰਟੈਂਟ ਔਨ ਦੇਅਰ ਓਨ। ਕਹਿੰਦੇ ਜਿਹੜੀਆਂ ਡੇਟਸ ਆਪਾਂ ਸਿਲੈਕਟ ਕਰਦੇ ਹਾਂ ਜਾਂ ਜਿਹੜੀਆਂ ਮਤਲਬ ਆਪਾਂ ਆਪਣੀਆਂ ਸਟੋਰੀਆਂ ਪਾਸਟ ਦੇ ਵਿੱਚ, ਉਹ ਚੀਜ਼ਾਂ ਇੰਪੋਰਟੈਂਟ ਨਹੀਂ ਹੈਗੀਆਂ, ਠੀਕ ਹੈ। ਆਪਾਂ ਨੂੰ ਉਹਦੀ ਐਗਜ਼ੈਕਟ, ਹੁਣ ਆਪਾਂ ਡੇਲੀ ਕੋਈ ਨਾ ਕੋਈ ਕੰਮ ਕਰਦੇ ਹਾਂ, ਠੀਕ ਹੈ, ਅਤੇ ਉਹ ਇਹ ਥੋੜ੍ਹੀ ਆ ਵੀ ਆਪਾਂ ਅੱਜ ਜਿੱਦਾਂ ਮੰਨ ਲਓ ਅੱਜ ਆਪਾਂ ਨੇ SST ਦਾ ਚੈਪਟਰ ਪੜ੍ਹਿਆ, ਹੁਣ ਤੁਹਾਨੂੰ ਇਹ ਯਾਦ ਰੱਖਣਾ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕਿੰਨੀ ਡੇਟ ਨੂੰ ਪੜ੍ਹਿਆ, ਬਟ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੀ ਪੜ੍ਹਿਆ, ਠੀਕ ਹੈ। ਚੈਪਟਰ ਇੰਪੋਰਟੈਂਟ ਹੈ, ਨਾ ਕਿ ਅੱਜ ਦੀ ਡੇਟ, ਠੀਕ ਹੈ। ਬਿਲਕੁਲ ਉਸੇ ਤਰ੍ਹਾਂ ਮਤਲਬ ਕਿ ਕਾਫੀ ਗੱਲਾਂ ਨੇ ਜਿਹੜੀਆਂ ਡੇਟਸ ਨਾਲ ਰਿਲੇਟਡ ਨੇ, ਬਟ ਉਹ ਡੇਟਸ ਇੰਪੋਰਟੈਂਟ ਨਹੀਂ ਸੀਗੀਆਂ, ਠੀਕ ਹੈ। ਕੁਛ ਪਾਰਟੀਕੂਲਰ ਟਾਈਮ ਹੋਊਗਾ, ਕੁਛ ਪਾਰਟੀਕੂਲਰ ਇੰਸੀਡੈਂਟਸ ਹੋਣਗੇ, ਠੀਕ ਹੈ, ਜਿਹਦੇ ਨਾਲ ਰਿਲੇਟਡ ਜਿਹੜੀਆਂ ਡੇਟਸ ਨੇ ਉਹ ਜ਼ਿਆਦਾ ਇੰਪੋਰਟੈਂਟ ਹੋਣਗੀਆਂ। ਦੇ ਬਿਕਮ ਵਾਈਟਲ ਬਿਕੋਜ਼ ਵੀ ਫੋਕਸ ਔਨ ਅ ਪਾਰਟੀਕੂਲਰ ਸੈਟ ਆਫ ਇਵੈਂਟਸ ਐਜ਼ ਇੰਪੋਰਟੈਂਟ। ਡੇਟਸ ਉਦੋਂ ਹੀ ਇੰਪੋਰਟੈਂਟ ਨੇ ਜਦੋਂ ਕੋਈ ਪਾਰਟੀਕੂਲਰ ਇਵੈਂਟਸ ਅਕਰ ਕਰਦੇ ਨੇ ਉਸ ਟਾਈਮ ਦੇ ਵਿੱਚ, ਠੀਕ ਹੈ। ਇਫ ਆਰ ਫੋਕਸ ਆਫ ਸਟੱਡੀ ਚੇਂਜਿਸ, ਇਫ ਵੀ ਬਿਗਨ ਟੂ ਲੁੱਕ ਐਟ ਨਿਊ ਇਸ਼ੂਜ਼, ਅ ਨਿਊ ਸੈਟ ਆਫ ਡੇਟਸ ਵਿਲ ਅਪੀਅਰ ਸਿਗਨੀਫਿਕੈਂਟ। ਮਤਲਬ ਕਿ ਜੇ ਸਾਡਾ ਸਟੱਡੀ ਦਾ ਫੋਕਸ ਚੇਂਜ ਹੁੰਦਾ, ਠੀਕ ਹੈ, ਜੇ ਆਪਾਂ ਨਵੇਂ ਇਸ਼ੂਜ਼ ਦੇ ਉੱਤੇ ਨਵੇਂ ਕੀ ਹੋ ਰਿਹਾ ਆਪਣੇ ਆਲੇ ਦੁਆਲੇ ਦੇ ਵਿੱਚ, ਠੀਕ ਹੈ, ਤਾਂ ਮਤਲਬ ਆਪਾਂ ਨੂੰ ਪਤਾ ਲੱਗੂਗਾ ਕਿ ਹਰ ਇੱਕ ਈਵੈਂਟ ਦੀ ਇੱਕ ਆਪਣੀ ਡੇਟ ਹੈ, ਠੀਕ ਹੈ। ਮਤਲਬ ਕਿ ਅੱਜ ਆਪਣੀ ਲਾਈਫ ਦੇ ਵਿੱਚ ਤਾਂ ਕੁਛ ਹੋਰ ਹੋ ਰਿਹਾ, ਠੀਕ ਹੈ, ਬਟ ਆਪਣੇ ਸੁਸਾਇਟੀ ਦੇ ਵਿੱਚ ਕੁਝ ਹੋਰ ਹੋ ਰਿਹਾ, ਆਪਣੀ ਕੰਟਰੀ ਦੇ ਵਿੱਚ ਜਾਂ ਨੈਸ਼ਨਲ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਕੁਝ ਹੋਰ ਹੋ ਰਿਹਾ, ਠੀਕ ਹੈ। ਸੋ ਅਲੱਗ ਈਵੈਂਟ ਦੀ ਇੱਕ ਅਲੱਗ ਸਿਗਨੀਫਿਕੈਂਟ ਡੇਟ ਹੋਊਗੀ, ਠੀਕ ਹੈ, ਜਿਹੜੀ ਕਿ ਉਹਦੇ ਨਾਲ ਲਿੰਕਡ ਹੋਊਗੀ ਅਤੇ ਉਹੀ ਜ਼ਿਆਦਾ ਉਸ ਈਵੈਂਟ ਦੇ ਅਕੋਰਡਿੰਗ ਇੰਪੋਰਟੈਂਟ ਹੋਊਗੀ, ਠੀਕ ਹੈ। Consider an example in the histories written by the British historians in India. The rule of each governor general was important. ਮਤਲਬ ਆਪਾਂ ਜਦੋਂ ਜਿਹੜੀਆਂ ਬ੍ਰਿਟਿਸ਼ ਨੇ ਹਿਸਟੋਰੀਅਨਸ ਨੇ ਲਿਖੀ ਹੈ, ਠੀਕ ਹੈ, ਬ੍ਰਿਟਿਸ਼ ਦੇ ਜਿਹੜੇ ਇਤਿਹਾਸਕਾਰ ਸੀ, ਠੀਕ ਹੈ, ਜਿਹੜਾ ਉਹਨਾਂ ਨੇ ਲਿਖਿਆ ਆਪਣਾ ਬੁੱਕਸ ਲਿਖੀਆਂ ਨੇ, ਅਤੇ ਉਹਨਾਂ ਦੇ ਅਕੋਰਡਿੰਗ ਜਿਹੜਾ ਰੂਲ ਸੀ, ਜਿਹੜਾ ਹਰੇਕ ਗਵਰਨਰ ਜਨਰਲ ਜਿਹੜਾ ਉਹਨਾਂ ਦੇ ਥਰੂ ਅਪੋਇੰਟ ਕੀਤਾ ਗਿਆ ਸੀਗਾ ਆਪਣੇ ਇੰਡੀਆ ਦੇ ਵਿੱਚ, ਉਹ ਸਾਰੇ ਇੰਪੋਰਟੈਂਟ ਸੀ। ਥੀਸ ਹਿਸਟਰੀਜ਼ ਬਿਗਨ ਵਿਦ ਦਾ ਰੂਲ ਆਫ ਦਾ ਫਸਟ ਗਵਰਨਰ ਜਨਰਲ। ਹੁਣ ਇਹ ਹਿਸਟਰੀ ਸਟਾਰਟ ਕਦੋਂ ਹੁੰਦੀ ਹੈ, ਠੀਕ ਹੈ, ਜਦੋਂ ਪਹਿਲਾ ਗਵਰਨਰ ਜਨਰਲ ਇੰਡੀਆ ਦੇ ਵਿੱਚ ਆਇਆ ਹੋਊਗਾ, ਅਪੋਇੰਟ ਕੀਤਾ ਹੋਊਗਾ। ਵੈਰਨ ਹਾਸਟਿੰਗ, ਕੌਣ ਸੀ ਉਹ? ਵੈਰਨ ਹਾਸਟਿੰਗ। ਐਂਡ ਐਂਡਡ ਵਿਦ ਦਾ ਲਾਸਟ ਵਾਈਸਰੋਏ ਲਾਰਡ ਮਾਊਂਟ ਬੈਟਨ। ਸਭ ਤੋਂ ਪਹਿਲਾਂ ਇਹ ਬੱਚੇ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਆਪਾਂ ਕੀ ਚੀਜ਼, ਫਸਟ ਗਵਰਨਰ ਜਨਰਲ ਇੰਡੀਆ ਦੇ ਵਿੱਚ ਕੌਣ ਆਇਆ ਸੀ? ਵੈਰਨ ਹਾਸਟਿੰਗ। ਅਤੇ ਲਾਸਟ ਕੌਣ ਸੀਗਾ? ਲਾਸਟ ਸੀਗਾ ਮਾਊਂਟ ਬੈਟਨ, ਠੀਕ ਹੈ। ਇਹ ਚੀਜ਼ਾਂ ਕਦੇ ਵੀ ਤੁਸੀਂ ਭੁੱਲਣੀਆਂ ਨਹੀਂ ਹੈਗੀਆਂ, ਠੀਕ ਹੈ, ਹਮੇਸ਼ਾ ਤੁਹਾਨੂੰ ਅੱਗੇ ਜਾ ਕੇ ਵੀ ਕੰਮ ਦਊਗਾ। ਇਨ ਸੈਪਰੇਟ ਚੈਪਟਰਸ ਵੀ ਰੀਡ ਅਬਾਊਟ ਦਾ ਡੀਡਸ ਆਫ ਅਦਰ। ਅਲੱਗ-ਅਲੱਗ ਚੈਪਟਰਸ ਦੇ ਵਿੱਚ ਆਪਾਂ ਅਲੱਗ-ਅਲੱਗ ਚੀਜ਼ਾਂ ਪੜ੍ਹਦੇ ਹਾਂ, ਠੀਕ ਹੈ। ਨੈਕਸਟ ਪੇਜ ਉੱਤੇ ਆ ਗਏ ਆਪਾਂ। ਹਾਸਟਿੰਗਸ, ਵੈਲਸਲੀ, ਬੈਂਟਿੰਕ, ਡਲਹਾਊਜ਼ੀ, ਕੈਨਿੰਗ, ਲਾਰੈਂਸ, ਲਿਟਨ, ਰਿਪਨ, ਕਰਜ਼ਨ, ਹਾਰਡਿੰਗ, ਇਰਵਿਨ। ਇਹ ਸਾਰੇ ਕੌਣ ਸੀ? ਗਵਰਨਰ ਜਨਰਲ ਸੀ ਜਿਹੜੇ ਅਪੋਇੰਟ ਕੀਤੇ ਗਏ ਸੀ ਇੰਡੀਆ ਦੇ ਵਿੱਚ ਬ੍ਰਿਟਿਸ਼ਰਸ ਦੇ ਦੁਆਰਾ, ਠੀਕ ਹੈ। ਇਹਨਾਂ ਦੇ ਨਾਮ ਇੰਪੋਰਟੈਂਟ ਨੇ, ਤੁਸੀਂ ਇੱਕ ਵਾਰ ਰੀਡਿੰਗ ਲੈ ਲਿਓ, ਠੀਕ ਹੈ। ਅਤੇ ਇਟ ਵਾਜ਼ ਸੀਮਿੰਗਲੀ ਨੈਵਰ ਐਂਡਿੰਗ ਸਕਸੈਸ਼ਨ ਆਫ ਅ ਗਵਰਨਰ ਜਨਰਲ ਐਂਡ ਵਾਈਸਰੋਇਜ਼। ਮਤਲਬ ਕਿ ਕਦੇ ਮਤਲਬ ਇੰਨੇ ਜ਼ਿਆਦਾ ਨਾਮ ਨੇ, ਠੀਕ ਹੈ, ਇਹਦੀ ਆਪਾਂ ਜੇ ਲਿਸਟ ਤਿਆਰ ਕਰੀਏ ਆਪਾਂ ਯਾਦ ਰੱਖ ਹੀ ਨਹੀਂ ਸਕਦੇ। ਇਹਨਾਂ ਦੀ ਕਹਿਣ ਦਾ ਮਤਲਬ ਇਹ ਹੈ, ਆਲ ਦਾ ਡੇਟਸ ਇਨ ਦੀਜ਼ ਹਿਸਟਰੀਜ਼ ਬੁੱਕਸ ਵਰ ਲਿੰਕਡ ਟੂ ਦੀਜ਼ ਪਰਸਨੈਲਿਟੀਜ਼, ਟੂ ਦੇਅਰ ਐਕਟੀਵਿਟੀਜ਼, ਪੋਲਿਸੀਜ਼, ਅਚੀਵਮੈਂਟਸ। ਇਟ ਵਾਜ਼ as if there was nothing outside their lives that was important for us to know. The chronology of their lives marked the different chapters of the history of British India. ਹੁਣ ਇਹ ਜਿਹੜੇ ਗਵਰਨਰ ਜਨਰਲ ਸੀ, ਠੀਕ ਹੈ, ਆਪਾਂ ਅੱਜ ਤੋਂ ਮਤਲਬ ਆਪਾਂ ਪਿੱਛੇ ਚਲੇ ਜਾਈਏ, ਜਦੋਂ ਇਹ ਗਵਰਨਰ ਜਨਰਲ ਆਪਣੇ ਇੰਡੀਆ ਦੇ ਵਿੱਚ ਜਦੋਂ ਬ੍ਰਿਟਿਸ਼ ਆਏ ਸੀ, ਠੀਕ ਹੈ, ਉਸ ਤੋਂ ਬਾਅਦ ਗਵਰਨਰ ਜਨਰਲ ਇਹਨਾਂ ਨੇ ਅਪੋਇੰਟ ਕੀਤੇ ਸੀ। ਜਦੋਂ ਆਪਾਂ ਬ੍ਰਿਟਿਸ਼ ਇੰਡੀਆ ਦੀ ਹਿਸਟਰੀ ਪੜ੍ਹਦੇ ਹਾਂ, ਠੀਕ ਹੈ, ਆਪਾਂ ਨੂੰ ਬਹੁਤ ਜ਼ਿਆਦਾ ਇਵੈਂਟਸ ਹੋਏ ਸੀ, ਠੀਕ ਹੈ, ਉਸ ਟਾਈਮ 'ਤੇ ਇੰਡੀਆ ਦੇ ਵਿੱਚ, ਬਟ ਆਪਾਂ ਨੂੰ ਪੜ੍ਹਨ ਨੂੰ ਕੀ ਮਿਲਦਾ? ਇਹਨਾਂ ਗਵਰਨਰ ਜਨਰਲ ਦਾ ਜਿਹੜਾ ਟਾਈਮ ਪੀਰੀਅਡ ਸੀ, ਠੀਕ ਹੈ, ਫਸਟ ਕਦੋਂ ਆਇਆ, ਕਦੋਂ ਤੋਂ ਲੈ ਕੇ ਕਦੋਂ ਤੱਕ ਆਇਆ, ਅਤੇ ਉਸ ਦੇ ਵਿੱਚ ਵਿਚਾਲੇ ਇੰਡੀਆ ਦੇ ਵਿੱਚ ਕੀ ਹੈਪਨਿੰਗਸ ਹੋਈਆਂ, ਠੀਕ ਹੈ, ਸਾਰਾ ਕੁਛ ਲਿੰਕ ਕੀਤਾ ਜਾਂਦਾ ਗਾ ਇਹਨਾਂ ਗਵਰਨਰ ਜਨਰਲਸ ਦੀ ਲਾਈਫ ਦੇ ਨਾਲ, ਠੀਕ ਹੈ। ਸੋ ਆਪਾਂ ਜਦੋਂ ਵੀ ਬ੍ਰਿਟਿਸ਼ ਇੰਡੀਆ
ਜਾਂ ਬ੍ਰਿਟਿਸ਼ ਇੰਡੀਆ ਹਿਸਟਰੀ ਬਾਰੇ ਪੜ੍ਹਾਂਗੇ, ਠੀਕ ਹੈ। ਆਪਾਂ ਇਹਨਾਂ ਗਵਰਨਰ ਜਨਰਲ ਦਾ ਟਾਈਮ ਪੀਰੀਅਡ ਹੀ ਪੜ੍ਹਾਂਗੇ, ਠੀਕ ਹੈ। ਸੋ ਇਸ ਕਰਕੇ ਉਹ ਸਾਰੀਆਂ ਡੇਟਸ ਇੰਪੋਰਟੈਂਟਸ ਹੋ ਜਾਂਦੀਆਂ ਨੇ, ਠੀਕ ਹੈ। ਕੈਨ ਵੀ ਨੋਟ ਰਾਈਟ ਅਬਾਊਟ ਦ ਹਿਸਟਰੀ ਆਫ ਦਿਸ ਪੀਰੀਅਡ ਇਨ ਡਿਫਰੈਂਟ ਵੇ, ਕੀ ਆਪਾਂ ਨਹੀਂ ਲਿਖ ਸਕਦੇ ਹਿਸਟਰੀ ਨੂੰ ਡਿਫਰੈਂਟ ਵੇ ਤਰੀਕੇ ਨਾਲ, ਠੀਕ ਹੈ। ਲਿਖ ਸਕਦੇ ਹਾਂ ਬਟ ਜੇ ਆਪਾਂ ਨੂੰ ਪਤਾ ਹੋਵੇ, ਠੀਕ ਹੈ। ਹਾਊ ਡੂ ਵੀ ਫੋਕਸ ਔਨ ਦ ਐਕਟੀਵਿਟੀਜ਼ ਇਨ ਡਿਫਰੈਂਟ ਗਰੁੱਪਸ ਐਂਡ ਕਲਾਸਿਸ ਇਨ ਇੰਡੀਅਨ ਸੁਸਾਇਟੀ ਵਿਦਨ ਦ ਫਾਰਮੈਟ ਆਫ ਦਿਸ ਹਿਸਟਰੀ ਆਫ ਗਵਰਨਰ ਜਨਰਲਸ, ਆਪਾਂ ਕਿੱਦਾਂ ਇਹਨਾਂ ਨੂੰ ਫੋਕਸ ਕਰਦੇ ਹਾਂ, ਠੀਕ ਹੈ, ਇਹਨਾਂ ਦੀਆਂ ਐਕਟੀਵਿਟੀਜ਼ ਦੇ ਉੱਤੇ, ਅਤੇ ਕਿੱਦਾਂ ਕਲਾਸੀਫਾਈ ਕਰਦੇ ਹਾਂ। ਵੈਨ ਵੀ ਰਾਈਟ ਹਿਸਟਰੀ ਔਰ ਸਟੋਰੀ ਵੀ ਡਿਵਾਈਡ ਇਟ ਇਨਟੂ ਚੈਪਟਰਸ, ਵਾਈ ਡੂ ਵੀ ਡੂ ਦਿਸ। ਹਿਸਟਰੀ ਦੀ ਆਪਾਂ ਜਦੋਂ ਕੋਈ ਸਟੋਰੀ ਪੜ੍ਹਦੇ ਹਾਂ, ਠੀਕ ਹੈ, ਆਪਾਂ ਉਹਨੂੰ ਚੈਪਟਰਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। ਇੱਦਾਂ ਕਿਉਂ ਕੀਤਾ ਜਾਂਦਾ? ਇੱਦਾਂ ਬੱਚੇ ਇੱਕ ਕਾਰਨ ਇਹ ਹੋ ਸਕਦਾ, ਠੀਕ ਹੈ, ਕਿ ਆਪਾਂ ਨੂੰ ਇੱਕ ਚੈਪਟਰ, ਇੱਕ ਤਾਂ ਸਟੋਰੀ ਸ਼ਾਰਟ ਟਾਈਮ ਦੇ ਵਿੱਚ, ਠੀਕ ਹੈ, ਆਪਾਂ ਡਿਸਕਸ ਕਰ ਸਕਦੇ ਹਾਂ, ਠੀਕ ਹੈ, ਜੋ ਕਿ ਟਾਈਮ ਦੇ ਅਕੋਰਡਿੰਗਲੀ ਆਪਾਂ ਜਲਦੀ ਤੁਹਾਨੂੰ ਸ਼ੁਰੂ ਤੋਂ ਲੈ ਕੇ ਉਸ ਦਾ ਐਂਡ, ਮਤਲਬ ਕਿ ਇੱਕ ਥੋੜ੍ਹੇ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ, ਠੀਕ ਹੈ। ਅਤੇ ਦੂਜੀ ਗੱਲ, ਉਸ ਦੇ ਵਿੱਚ ਵਿਚਾਲੇ ਹੋਇਆ ਕੀ ਕੁਛ ਸੀਗਾ, ਠੀਕ ਹੈ, ਤੁਸੀਂ ਉਹਦੇ ਵਿੱਚੋਂ ਆਪਣਾ ਇੰਪੋਰਟੈਂਟ ਲਿਖ ਸਕਦੇ ਹੋ, ਠੀਕ ਹੈ। ਇਜ਼ ਇਟ ਟੂ ਗਿਵ ਈਚ ਚੈਪਟਰ ਸਮ ਕੋਹੈਰੈਂਸ, is it to tell a story in a way that makes some sense and can be followed in the process? We focus only on those events that help us to give shape to the story we are telling. ਆਪਾਂ ਚੀਜ਼ਾਂ ਉਹੀ ਪੜ੍ਹਦੇ ਹਾਂ, ਠੀਕ ਹੈ, ਜਿਹੜੀਆਂ ਸਟੋਰੀ ਨਾਲ ਲਿੰਕਡ ਹੁੰਦੀਆਂ ਨੇ, ਠੀਕ ਹੈ। ਮੰਨ ਲਓ ਆਪਾਂ ਕਿਸੇ ਗਵਰਨਰ ਜਨਰਲ ਦੀ ਸਟੋਰੀ ਪੜ੍ਹ ਰਹੇ ਹਾਂ, ਠੀਕ ਹੈ, ਉਹਦੇ ਵਿੱਚ ਆਪਾਂ ਉਹੀ ਚੀਜ਼ਾਂ ਡਿਸਕਸ ਕਰਾਂਗੇ ਜਿਹੜੀਆਂ ਉਹਦੇ ਨਾਲ ਲਿੰਕਡ ਨੇ, ਜਿਹੜੀਆਂ ਸਟੋਰੀ ਕ੍ਰੀਏਟ ਕਰਨਗੀਆਂ, ਠੀਕ ਹੈ, ਕਿ ਉਹ ਕਦੋਂ ਆਇਆ ਅਤੇ ਕਦੋਂ ਤੋਂ ਕਦੋਂ ਉਸਨੇ ਇੰਡੀਆ ਦੇ ਵਿੱਚ ਆਪਣਾ ਉਹ ਕੀਤਾ, ਠੀਕ ਹੈ। ਉਹਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਉਸ ਦਾ ਬਰਥ ਕਿੱਥੇ ਹੋਇਆ, ਜਾਂ ਉਹ ਕਿਵੇਂ ਕਿੱਦਾਂ ਇੰਡੀਆ 'ਚ ਆਇਆ, ਠੀਕ ਹੈ, ਉਹਨੂੰ ਕਿਉਂ ਇੱਥੇ ਭੇਜਿਆ ਗਿਆ। ਆਪਾਂ ਸਿਰਫ ਇਹ ਕਰਾਂਗੇ ਵੀ ਉਹ ਕਦੋਂ ਆਇਆ ਅਤੇ ਉਸਨੇ ਕੀ ਕੀ ਇਵੈਂਟਸ ਹੋਈਆਂ ਜਦੋਂ ਉਹ ਇੰਡੀਆ ਦੇ ਵਿੱਚ ਸੀਗਾ, ਠੀਕ ਹੈ, ਅਤੇ ਕਦੋਂ ਕੀ ਕਾਰਨ ਸੀ ਉਸਨੂੰ ਹਟਾਉਣ ਦੇ, ਜਾਂ ਉਹ ਕਿਉਂ ਵਾਪਸ ਚਲਾ ਗਿਆ, ਠੀਕ ਹੈ। ਇਹ ਚੀਜ਼ਾਂ ਇੰਪੋਰਟੈਂਟ ਨੇ। ਇਹ ਪੈਰਾਗ੍ਰਾਫ ਦੇ ਵਿੱਚ ਇਹੀ ਕੁਛ ਦੱਸਿਆ ਹੋਇਆ, ਠੀਕ ਹੈ। ਹਾਊ ਡੂ ਵੀ ਪੀਰੀਅਡਾਈਜ਼? In 1817, James Miller, Scottish economist and political philosopher, published a massive 3-volume work, History of British India. 1817 ਦੇ ਵਿੱਚ ਜੇਮਸ ਮਿਲ ਕੌਣ ਸੀ? ਸਕਾਟਲੈਂਡ ਦਾ ਇਕਨੋਮਿਸਟ, ਯਾਨੀ ਕਿ ਇਕਨੋਮਿਸਟ ਬੱਚੇ ਜਿਹੜੇ ਹੁੰਦੇ ਨੇ ਆਪਣਾ, ਜਿਹੜੇ ਦੇਸ਼ ਦੀ ਇਕੋਨਮੀ ਨਾਲ ਹੈ ਨਾ ਸੰਬੰਧ ਰੱਖਦੇ ਨੇ, ਹੈ ਨਾ, ਇਕੋਨਮੀ ਬਾਰੇ ਗਿਆਨ ਹੁੰਦਾ ਜਿਨ੍ਹਾਂ ਨੂੰ, ਉਹ ਪਬਲਿਸ਼ ਕਰਦੇ ਨੇ ਆਪਣੇ ਆਰਟੀਕਲਸ, ਠੀਕ ਹੈ। ਅਤੇ ਪੋਲੀਟੀਕਲ ਫਿਲੋਸਫਰ, ਆਪਣੀ ਪੋਲੀਟੀ ਬਾਰੇ ਜਿਹੜਾ ਫਿਲੋਸਫੀ ਯਾਨੀ ਕਿ ਉਹਨਾਂ ਦੀ ਰਿਸਰਚ ਹੁੰਦੀ ਹੈ, ਠੀਕ ਹੈ, ਉਹ ਚੀਜ਼ ਉਹ ਪਬਲਿਸ਼ ਕਰਦਾ ਸੀ ਬੰਦਾ। ਅਤੇ ਉਸਨੇ ਕਿ ਇੱਕ ਮੈਸਿਵ, ਮਤਲਬ ਕਿ ਬਹੁਤ ਵੱਡੀ 3-volume ਵਰਕ, 3 ਕਿਸ਼ਤਾਂ ਦੇ ਵਿੱਚ, ਫਸਟ ਵੋਲੀਅਮ, 3 ਵੋਲੀਅਮ, ਸੈਕਿੰਡ ਵੋਲੀਅਮ, ਥਰਡ ਵੋਲੀਅਮ, ਠੀਕ ਹੈ, ਇਹ 3 ਬੁੱਕਸ ਪਬਲਿਸ਼ ਕੀਤੀਆਂ, ਜਿਸ ਦੇ ਵਿੱਚ ਕੀ ਲਿਖਿਆ ਸੀਗਾ? ਹਿਸਟਰੀ ਆਫ ਬ੍ਰਿਟਿਸ਼ ਇੰਡੀਆ। ਜਦੋਂ ਬ੍ਰਿਟਿਸ਼ ਆਏ ਸੀ ਆਪਣੇ ਇੰਡੀਆ ਦੇ ਵਿੱਚ, ਉਦੋਂ ਇੰਡੀਆ ਦੀ ਹਿਸਟਰੀ ਕੀ ਸੀ। ਇਨ ਦਿਸ ਹੀ ਡਿਵਾਈਡਡ ਇੰਡੀਅਨ ਹਿਸਟਰੀ ਇੰਟੂ 3 periods, 3 periods ਦੇ ਵਿੱਚ ਡਿਵਾਈਡ ਕੀਤੀ, ਹਿੰਦੂ, ਮੁਸਲਿਮ ਐਂਡ ਬ੍ਰਿਟਿਸ਼। ਪਹਿਲਾਂ ਹਿੰਦੂ, ਫਿਰ ਮੁਸਲਿਮ, ਫਿਰ ਥਰਡ ਸੀਗਾ ਬ੍ਰਿਟਿਸ਼। ਇਸ ਦੇ ਵਿੱਚ ਹਿਸਟਰੀ ਨੂੰ ਮਤਲਬ ਡਿਵਾਈਡ ਕੀਤਾ 3 periods ਦੇ ਵਿੱਚ। ਦਿਸ ਪੀਰੀਅਡਾਈਜੇਸ਼ਨ ਕੇਮ ਟੂ ਬੀ ਵਾਈਡਲੀ ਅਸੈਪਟਡ। ਕੈਨ ਯੂ ਥਿੰਕ ਆਫ ਐਨੀ ਪ੍ਰੋਬਲਮ ਵਿਦ ਦਿਸ ਵੇ ਆਫ ਲੁਕਿੰਗ ਐਟ ਇੰਡੀਅਨ ਹਿਸਟਰੀ? ਇਹ ਚੀਜ਼ਾਂ ਅਸੈਪਟ ਵੀ ਕੀਤੀਆਂ ਗਈਆਂ, ਠੀਕ ਹੈ, ਜਿਹੜੀਆਂ ਕੁਛ ਉਹਨੇ ਲਿਖਿਆ ਉਹ ਸਾਰਾ ਕੁਛ ਅਸੈਪਟ ਕੀਤਾ ਗਿਆ। ਵਾਈ ਡੂ ਵੀ ਟਰਾਈ ਐਂਡ ਡਿਵਾਈਡ ਹਿਸਟਰੀ ਇੰਟੂ 3 different periods? ਵਾਈ ਡੂ we do so in an attempt to capture the characteristics of a time, its central features as they appear to us? ਆ ਗਿਆ ਨਾ ਉਹੀ ਗੱਲ, ਕਹਿੰਦੇ ਆਪਾਂ ਕਿਉਂ ਡਿਵਾਈਡ ਕਰਦੇ ਹਾਂ, ਠੀਕ ਹੈ, ਡਿਫਰੈਂਟ ਪੀਰੀਅਡਸ ਦੇ ਵਿੱਚ। ਆਪਾਂ ਸੇਮ ਮਤਲਬ ਕਿ ਟਾਈਮ, ਉਸ ਟਾਈਮ ਪੀਰੀਅਡ ਦੇ ਵਿੱਚ ਕੀ ਕੀ ਹੋਇਆ, ਠੀਕ ਹੈ, ਆਪਾਂ ਟਾਈਮ ਪੀਰੀਅਡ ਨੂੰ ਡਿਵਾਈਡ ਕਰ ਲੈਂਦੇ ਆਂਗੇ, ਉਹਦੇ ਵਿੱਚ ਕੀ ਕੀ ਕਰੈਕਟਰਿਸਟਿਕਸ, ਕੀ ਕੀ ਇਵੈਂਟਸ ਹੋਏ, ਠੀਕ ਹੈ, ਆਪਾਂ ਉਹਨੂੰ ਕੈਪਚਰ ਕਰਨ ਦੇ ਲਈ ਉਹਨੂੰ ਪੀਰੀਅਡਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਸੋ ਦਾ ਟਰਮਸ ਥਰੂ ਵਿਚ ਵੀ ਪੀਰੀਅਡਾਈਜ਼ ਦੈਟ ਇਜ਼ ਡਿਮਾਰਕੇਟ ਦਾ ਡਿਫਰੈਂਸ ਬਿਟਵੀਨ ਪੀਰੀਅਡਸ ਬਿਕਮ ਇੰਪੋਰਟੈਂਟ। ਫਿਰ ਆਪਾਂ ਪੀਰੀਅਡਸ ਦੇ ਵਿੱਚ ਡਿਵਾਈਡ ਤਾਂ ਕੀਤਾ ਹੀ ਹੁੰਦਾ, ਠੀਕ ਹੈ, ਫਿਰ ਆਪਾਂ ਉਹਨਾਂ ਪੀਰੀਅਡਸ ਦੇ ਵਿੱਚ ਡਿਫਰੈਂਸ ਆਪਾਂ ਨੋਟਿਸ ਕਰਦੇ ਹਾਂ, ਠੀਕ ਹੈ, ਕਿ ਉਹ ਪੀਰੀਅਡ ਦੇ ਵਿੱਚ ਅਤੇ ਸੈਕਿੰਡ ਪੀਰੀਅਡ ਦੇ ਵਿੱਚ ਕੀ ਕੀ ਡਿਫਰੈਂਸ ਆਏ, ਕੀ ਕੀ ਇਵੈਂਟਸ ਨੇ ਜਿਹੜੇ ਉਹ ਡਿਫਰੈਂਸ ਹੋਇਆ, ਠੀਕ ਹੈ, ਡਿਫਰੈਂਟ ਇਵੈਂਟਸ ਹੋਈਆਂ, ਅਤੇ ਜਿਸ ਦੇ ਕਰਕੇ ਉਹਨਾਂ ਦੋਨਾਂ ਟਾਈਮ ਪੀਰੀਅਡਸ ਦੇ ਵਿੱਚ ਚੇਂਜਿਸ ਆਏ, ਠੀਕ ਹੈ। ਦੇ ਰਿਫਲੈਕਟ ਆਰ ਆਈਡੀਆਸ ਅਬਾਊਟ ਦਾ ਪਾਸਟ, ਦੇ ਸ਼ੋ ਹਾਊ ਵੀ ਸੀ ਦਾ ਸਿਗਨੀਫਿਕੈਂਸ ਆਫ ਦਾ ਚੇਂਜ ਫਰੋਮ ਵਨ ਪੀਰੀਅਡ ਟੂ ਦਾ ਨੈਕਸਟ। ਆਪਣਾ ਆਈਡੀਆ, ਮਤਲਬ ਕਿ ਇੱਕ ਪੀਰੀਅਡ ਸੀਗਾ ਫਸਟ ਪੀਰੀਅਡ ਮੰਨ ਲਓ, ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਪੀਰੀਅਡ ਆਇਆ। ਆਪਣਾ ਸੈਕਿੰਡ ਪੀਰੀਅਡ ਦੇ ਵਿੱਚ ਜਾ ਕੇ ਆਪਾਂ ਆਪਣਾ ਫਿਊਚਰ ਇਵੈਂਟਸ ਕਿੱਦਾਂ ਡਿਸਕਸ ਕਰਦੇ ਹਾਂ, ਠੀਕ ਹੈ, ਅਤੇ ਆਪਾਂ ਆਪਣੇ ਪਾਸਟ ਦੇ ਵਿੱਚੋਂ ਆਪਾਂ ਕੀ ਚੀਜ਼ ਆਪਣੇ ਫਿਊਚਰ ਦੇ ਵਿੱਚ ਲੈ ਕੇ ਗਏ, ਜਿਹਤੋਂ ਆਪਾਂ ਕੁਛ ਸਿੱਖਿਆ, ਠੀਕ ਹੈ, ਆਪਣੀਆਂ ਮਿਸਟੇਕਸ ਵੀ ਹੋਈਆਂ ਹੋਣਗੀਆਂ ਪਾਸਟ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਕੰਸੀਡਰ ਕਰਕੇ ਆਪਾਂ ਕੀ ਚੇਂਜਸ ਲਿਆਂਦੇ ਜਿਸ ਦੇ ਨਾਲ ਆਪਣਾ ਫਿਊਚਰ ਵਾਲਾ ਪੀਰੀਅਡ ਹੈ ਜਿਹੜਾ ਉਹ ਬੈਟਰ ਹੋ ਸਕੇ। ਇਹ ਚੀਜ਼ਾਂ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ, ਠੀਕ ਹੈ। ਮਿਲ ਥੋਟ ਦੈਟ ਆਲ ਏਸ਼ੀਅਨ ਸੋਸਾਇਟੀਜ਼ ਵਰ ਐਟ ਅ ਲੋਅਰ ਲੈਵਲ ਆਫ ਸਿਵਲਾਈਜੇਸ਼ਨ ਦੈਨ ਯੂਰਪ। ਮਿਲ ਨੇ ਕੀ ਡਿਸਕਸ ਕੀਤਾ ਹੈ, ਠੀਕ ਹੈ, ਜਿਹੜੀਆਂ ਏਸ਼ੀਅਨ ਸੁਸਾਇਟੀਜ਼ ਯਾਨੀ ਕਿ ਇੰਡੀਅਨ ਸੁਸਾਇਟੀਜ਼ ਦੀ ਹੀ ਗੱਲ ਕੀਤੀ ਹੈ, ਠੀਕ ਹੈ, ਇਹਨਾਂ ਦੇ ਵਿੱਚ ਇਹਨਾਂ ਦਾ ਲੈਵਲ ਸੀ ਜਿਹੜਾ
ਯੂਰਪ ਦੀ ਸਿਵਲਾਈਜੇਸ਼ਨ ਯੂਰਪ ਦੇ ਲੋਕਾਂ ਦੇ ਨਾਲੋਂ ਸੋਸਾਇਟੀ ਦੇ ਨਾਲੋਂ ਉਹਨਾਂ ਦੇ ਲੈਵਲ ਤੋਂ ਬਹੁਤ ਜ਼ਿਆਦਾ ਥੱਲੇ ਸੀ। ਅਕੋਰਡਿੰਗ ਟੂ ਹਿਸ ਟੈਲਿੰਗ ਆਫ ਹਿਸਟਰੀ ਬਿਫੋਰ ਦਾ ਬ੍ਰਿਟਿਸ਼ ਕੇਮ ਟੂ ਇੰਡੀਆ, ਹਿੰਦੂ ਐਂਡ ਮੁਸਲਿਮ ਡਿਸਪੋਰਟਸ ਰੂਲਡ ਦਾ ਕੰਟਰੀ। ਬ੍ਰਿਟਿਸ਼ ਦੇ ਆਉਣ ਤੋਂ ਪਹਿਲਾਂ ਹਿੰਦੂ ਅਤੇ ਮੁਸਲਿਮ ਜਿਹੜੇ ਰਾਜੇ ਸੀ ਉਹ ਰੂਲ ਕਰਦੇ ਸੀ ਕੰਟਰੀ ਦੇ ਉੱਤੇ। ਰਿਲੀਜੀਅਸ ਇੰਟੋਲਰੈਂਸ, ਕਾਸਟ ਟੈਬੂਸ ਐਂਡ ਸੁਪਰਸਟੀਸ਼ੀਅਸ ਪ੍ਰੈਕਟਿਸਿਸ ਡੋਮੀਨੇਟਡ। ਮਤਲਬ ਕਿ ਠੀਕ ਹੈ, ਅਲੱਗ-ਅਲੱਗ ਧਰਮ ਸੀ, ਧਰਮ ਦੇ ਅਕੋਰਡਿੰਗ ਅਲੱਗ-ਅਲੱਗ ਉਹਨਾਂ ਦੀਆਂ ਪਰੰਪਰਾਵਾਂ ਸੀ, ਠੀਕ ਹੈ, ਅੰਧ ਵਿਸ਼ਵਾਸ ਸੀ, ਠੀਕ ਹੈ, ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਸੀ। ਡੋਮੀਨੇਟਡ ਸੋਸ਼ਲ ਲਾਈਫ, ਇਹ ਚੀਜ਼ਾਂ ਲੋਕਾਂ ਦੀ ਜਿਹੜੀ ਮਤਲਬ ਕਿ ਪਰਸਨਲ ਲਾਈਫ ਸੀ, ਸੋਸ਼ਲਾਈਜ਼ਡ ਲਾਈਫ ਸੀ, ਠੀਕ ਹੈ, ਉਹਨਾਂ ਦੇ ਉੱਤੇ ਭਾਰੂ ਸੀ, ਠੀਕ ਹੈ, ਹਾਵੀ ਸੀ। ਲੋਕ ਆਪਣਾ ਫੈਸਲਾ ਸਿਰਫ ਆਪਣੇ ਧਰਮ ਨਾਲ ਜਾਂ ਆਪਣੇ ਅੰਧ ਵਿਸ਼ਵਾਸਾਂ ਨਾਲ ਜੋੜ ਕੇ ਹੀ ਕਰਦੇ ਸੀ। ਬ੍ਰਿਟਿਸ਼ ਰੂਲ, ਮਿਲ ਫੈਲਟ ਕੁਡ ਸਿਵਲਾਈਜ਼ ਇੰਡੀਆ। ਮਿਲ ਨੂੰ ਲੱਗਿਆ ਕਿ ਜਿਹੜਾ ਬ੍ਰਿਟਿਸ਼ ਰੂਲ ਸੀ ਉਹ ਇੰਡੀਆ ਨੂੰ ਮਤਲਬ ਕਿ ਇੰਡੀਆ ਉਸ ਦੇ ਥਰੂ ਤਰੱਕੀ ਕਰ ਸਕਦਾ, ਠੀਕ ਹੈ, ਲੋਕਾਂ ਦਾ ਲੈਵਲ ਅਪ ਕਰ ਸਕਦਾ। ਟੂ ਡੂ ਦਿਸ ਇਟ ਵਾਜ਼ ਨੈਸੈਸਰੀ ਟੂ ਇੰਟਰੋਡਿਊਸ ਯੂਰੋਪੀਅਨ ਮੈਨਰਸ, ਆਰਟਸ, ਇੰਸਟੀਟਿਊਸ਼ਨਸ ਐਂਡ ਲਾਜ਼ ਇਨ ਇੰਡੀਆ, ਠੀਕ ਹੈ। ਇਹ ਸਾਰਾ ਕੁਛ ਉਹਨਾਂ ਦਾ ਲੈਵਲ ਅਪ ਕਰਨ ਦੇ ਲਈ ਯੂਰੋਪੀਅਨਸ ਮਤਲਬ ਕਿ ਬ੍ਰਿਟਿਸ਼ਰਸ ਨੂੰ ਕੀ ਕਰਨਾ ਚਾਹੀਦਾ ਸੀ, ਆਪਣੇ ਯੂਰੋਪੀਅਨ ਮੈਨਰਸ, ਯੂਰੋਪੀਅਨ ਦਾ ਜਿਹੜਾ ਕਲਚਰ ਸੀ, ਠੀਕ ਹੈ, ਉੱਥੋਂ ਦੇ ਸਕੂਲ ਕਾਲਜਸ ਦੀ ਜਿਹੜਾ ਮਤਲਬ ਕਿ ਐਜੂਕੇਸ਼ਨ ਸੀ ਉਹ ਪ੍ਰੋਵਾਈਡ ਕਰਨੀ ਲੋਕਾਂ ਨੂੰ, ਠੀਕ ਹੈ, ਅਤੇ ਆਪਣੇ ਰੂਲ ਇੰਡੀਆ ਦੇ ਵਿੱਚ ਇੰਪਲੀਮੈਂਟ ਕਰਨੇ, ਲਾਗੂ ਕਰਨੇ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨਾਲ ਇੰਡੀਆ ਦਾ ਲੈਵਲ ਅਪ ਹੋ ਸਕਦਾ ਸੀ ਜਿਹੜਾ ਮਿਲਜ਼ ਦੇ ਅਕੋਰਡਿੰਗ, ਠੀਕ ਹੈ। ਮਿਲ ਇਨ ਫੈਕਟ ਸਜੈਸਟਡ ਦੈਟ ਦਾ ਬ੍ਰਿਟਿਸ਼ ਸ਼ੁੱਡ ਕਨਕੁਅਰ ਆਲ ਦਾ ਟੈਰੀਟਰੀਜ਼ ਇਨ ਇੰਡੀਆ ਟੂ ਇਨਸ਼ੋਰ ਦਾ ਐਨਲਾਈਟਮੈਂਟ ਐਂਡ ਹੈਪੀਨੈਸ ਆਫ ਦਾ ਇੰਡੀਅਨ ਪੀਪਲ। ਉਸ ਦੇ ਅਕੋਰਡਿੰਗ, ਠੀਕ ਹੈ, ਬ੍ਰਿਟਿਸ਼ ਨੂੰ ਸਾਰੇ ਇੰਡੀਅਨ ਟੈਰੀਟਰੀਜ਼ ਦੇ ਉੱਤੇ, ਸਾਰੇ ਇੰਡੀਆ ਦੇ ਉੱਤੇ ਮਤਲਬ ਕਿ ਕਬਜ਼ਾ ਕਰ ਲੈਣਾ ਚਾਹੀਦਾ ਸੀ, ਅਤੇ ਲੋਕਾਂ ਦੀ ਆਤਮਿਕ ਸ਼ਾਂਤੀ ਵਾਸਤੇ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ, ਅਤੇ ਉਹਨਾਂ ਦੀ ਅੰਦਰੂਨੀ ਖੁਸ਼ੀ ਵਾਸਤੇ, ਠੀਕ ਹੈ, ਇੰਡੀਅਨ ਪੀਪਲ ਦੀ ਖੁਸ਼ੀ ਵਾਸਤੇ ਸਾਰੇ ਕਿਤੇ ਬ੍ਰਿਟਿਸ਼ ਦਾ ਰਾਜ ਹੋਣਾ ਜ਼ਰੂਰੀ ਸੀ ਮਿਲਜ਼ ਦੇ ਅਕੋਰਡਿੰਗ। ਫੋਰ ਇੰਡੀਆ ਵਾਜ਼ ਨਾਟ ਕੈਪੇਬਲ ਆਫ ਪ੍ਰੋਗਰੈਸ ਵਿਦਾਊਟ ਬ੍ਰਿਟਿਸ਼ ਹੈਲਪ। ਉਸ ਦੇ ਅਕੋਰਡਿੰਗ ਇੰਡੀਆ ਕਦੇ ਵੀ ਪ੍ਰੋਗਰੈਸ ਨਹੀਂ ਕਰ ਸਕਦਾ ਸੀ ਬ੍ਰਿਟਿਸ਼ ਦੀ ਹੈਲਪ ਤੋਂ ਬਿਨਾਂ। ਇਨ ਦਿਸ ਆਈਡੀਆ ਆਫ ਹਿਸਟਰੀ, ਬ੍ਰਿਟਿਸ਼ ਰੂਲ ਰਿਪ੍ਰੈਜ਼ੈਂਟਡ all the forces of progress and civilization. The period before British rule was one of the darkness. Can such conception be accepted today? ਮਤਲਬ ਉਹਦੇ ਅਕੋਰਡਿੰਗ, ਠੀਕ ਹੈ, ਇੰਡੀਆ ਦੇ ਵਿੱਚ ਡਾਰਕਨੈਸ ਸੀ। ਡਾਰਕਨੈਸ ਮਤਲਬ ਕਿ ਹਨੇਰਾ ਸੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬ੍ਰਿਟਿਸ਼ ਦੇ ਆਉਣ ਤੋਂ ਪਹਿਲਾਂ। ਪਰ ਕਹਿੰਦੇ ਕਿ ਇਹ ਗੱਲਾਂ ਆਪਾਂ ਅੱਜ ਮੰਨ ਸਕਦੇ ਹਾਂ। In any case, we refer to any period of history as Hindu or Muslim did not a variety of faiths exist simultaneously in this period. ਮਤਲਬ ਕਿ ਕਹਿੰਦਾ ਇਹ ਕੇਸ ਦੇ ਵਿੱਚ ਆਪਾਂ ਕੋਈ ਇੱਕ ਪੀਰੀਅਡ ਰੈਫਰ ਕਰ ਸਕਦੇ ਹਾਂ ਹਿੰਦੂ ਜਾਂ ਮੁਸਲਿਮ, ਅਤੇ ਮਤਲਬ ਉਹਨਾਂ ਉਸ ਸਮੇਂ ਦੇ ਵਿੱਚ, ਠੀਕ ਹੈ, ਲੋਕਾਂ ਦੇ ਵਿੱਚ ਵਿਸ਼ਵਾਸ ਸੀ ਜਿਹੜੇ, ਠੀਕ ਹੈ, ਉਹਨਾਂ ਦੇ ਵਿੱਚ ਵੀ ਕਿੰਨੇ ਜ਼ਿਆਦਾ ਡਿਫਰੈਂਸ ਹੋਣਗੇ, ਵੈਰਾਈਟੀ ਹੋਊਗੀ, ਠੀਕ ਹੈ, ਕਿਸੇ ਦਾ ਕਿਸੇ ਚੀਜ਼ 'ਤੇ ਵਿਸ਼ਵਾਸ ਹੋਊਗਾ, ਕਿਸੇ ਦਾ ਕਿਸੇ ਚੀਜ਼ 'ਤੇ, ਹੈ ਨਾ। ਵਾਈ ਸ਼ੁੱਡ ਵੀ ਕਰੈਕਟਰਾਈਜ਼ ਐਨ ਏਜ ਓਨਲੀ ਥਰੂ ਦਾ ਰਿਲੀਜਨ ਆਫ ਦ ਰੂਲਰਸ ਆਫ ਦ ਟਾਈਮ। ਕਹਿੰਦੇ ਆਪਾਂ ਉਸ ਸਮੇਂ ਨੂੰ ਉਸ ਟਾਈਮ ਦਾ ਜਿਹੜਾ ਰਾਜਾ ਸੀ ਉਹਦੇ ਧਰਮ ਦੇ ਅਕੋਰਡਿੰਗ ਹੀ ਆਪਾਂ ਕਿਉਂ ਦੇਖਦੇ ਹਾਂ। ਟੂ ਡੂ ਸੋ ਇਜ਼ ਟੂ ਸਜੈਸਟ ਦੈਟ ਲਾਈਵਸ ਐਂਡ ਪ੍ਰੈਕਟਿਸਿਸ ਆਫ ਦਾ ਅਦਰਸ ਡੂ ਨਾਟ ਰੀਅਲੀ ਮੈਟਰ। ਕਹਿੰਦੇ ਇਹ ਤਾਂ ਕੀਤਾ ਜਾਂਦਾ ਹੈ ਕਿਉਂਕਿ ਜਿਹੜਾ ਉਸ ਟਾਈਮ 'ਤੇ ਲੋਕ ਹੋਰ ਸੀ ਬਾਕੀ, ਅਤੇ ਜਿਹੜਾ ਉਹਨਾਂ ਦੀਆਂ ਮਤਲਬ ਉਹ ਪ੍ਰੈਕਟਿਸਿਸ ਦਾ ਮਤਲਬ ਉਹ ਕੰਮ ਕੀ ਕਰਦੇ ਸੀ, ਉਹਨਾਂ ਦਾ ਕਿੱਤਾ ਕੀ ਸੀ, ਠੀਕ ਹੈ, ਉਹ ਮੈਟਰ ਹੀ ਨਹੀਂ ਕਰਦਾ ਸੀਗਾ। ਸਿਰਫ ਮੈਟਰ ਕੀ ਕੀਤਾ ਗਿਆ ਹਿਸਟੋਰੀਅਨਸ ਦੇ ਦੁਆਰਾ, ਸਿਰਫ ਰਾਜਾ, ਉਹਦਾ ਧਰਮ ਅਤੇ ਉਸ ਦੇ ਦੁਆਰਾ ਕੀਤੇ ਗਏ ਜਿਹੜਾ ਲੋਕਾਂ ਦੇ ਵਿੱਚ ਸੋਸ਼ਲ ਚੇਂਜਿਸ ਸੀ, ਠੀਕ ਹੈ। ਵੀ ਸ਼ੁੱਡ ਆਲਸੋ ਰਿਮੈਂਬਰ ਦੈਟ ਐਂਡ ਈਵਨ ਰੂਲਰਸ ਇਨ ਐਂਸ਼ੀਅੰਟ ਇੰਡੀਆ ਡਿਡ ਨਾਟ ਆਲ ਸ਼ੇਅਰ ਦਾ ਸੇਮ ਫੇਥ। ਕਹਿੰਦੇ ਸਾਨੂੰ ਇਹ ਚੀਜ਼ ਵੀ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਰੂਲਰਸ ਜਿਹੜੇ ਐਂਸ਼ੀਅੰਟ ਇੰਡੀਆ ਦੇ ਵਿੱਚ ਸੀ ਸਾਰਿਆਂ ਦਾ ਇੱਕ ਚੀਜ਼ 'ਤੇ ਵਿਸ਼ਵਾਸ ਨਹੀਂ ਸੀ, ਠੀਕ ਹੈ, ਇੱਕੋ ਗੱਲ 'ਤੇ ਉਹਨਾਂ ਦਾ ਇੱਕ ਮਾਈਂਡ ਸੈੱਟ ਨਹੀਂ ਸੀ, ਠੀਕ ਹੈ। ਹਰ ਇੱਕ ਦੀ ਆਪਣੀ ਆਪਣੀ ਸੋਚ ਹੈ, ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਆਪਣਾ ਫੇਥ ਹੁੰਦਾ, ਠੀਕ ਹੈ। Moving away from British classification, historians have usually divided Indian history into ancient, medieval and modern, ਠੀਕ ਹੈ। ਬ੍ਰਿਟਿਸ਼ ਤੋਂ ਇਲਾਵਾ, ਠੀਕ ਹੈ, ਇੰਡੀਅਨ ਦੀ ਜਿਹੜੀ ਇੰਡੀਆ ਦੀ ਹਿਸਟਰੀ ਹੈ ਉਹਨੂੰ 3 ਚੀਜ਼ਾਂ ਦੇ ਵਿੱਚ ਡਿਵਾਈਡ ਕੀਤਾ ਗਿਆ, ਐਂਸ਼ੀਅੰਟ, ਮਿਡੀਵਲ ਐਂਡ ਮਾਡਰਨ। ਐਂਸ਼ੀਅੰਟ ਹੁੰਦਾ ਬੱਚੇ ਪੁਰਾਣੀ, ਠੀਕ ਹੈ, ਜਦੋਂ ਮਤਲਬ ਕਿ ਸਟੋਨਸ ਦੇ ਦੁਆਰਾ, ਠੀਕ ਹੈ, ਆਪਾਂ ਫਾਇਰ ਡਿਵੈਲਪ ਹੋਈ ਸੀ, ਠੀਕ ਹੈ, ਜਾਂ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ, ਠੀਕ ਹੈ, ਜਦੋਂ ਲੋਕ ਫੋਰੈਸਟ ਦੇ ਵਿੱਚ ਲਿਵ ਕਰਦੇ ਸੀ, ਠੀਕ ਹੈ। ਮਿਡੀਵਲ ਹੁੰਦਾ ਵਿੱਚ ਵਿਚਾਲੇ ਵਾਲੀ, ਜਦੋਂ ਲੋਕ ਡਿਵੈਲਪ ਹੋਣ ਲੱਗੇ, ਠੀਕ ਹੈ, ਘਰ ਬਣਾਉਣ ਲੱਗੇ ਆਪਣੇ, ਠੀਕ ਹੈ, ਆਪਣਾ ਫੂਡ ਆ ਜਿਹੜਾ ਉਹ ਕੁੱਕ ਕਰਕੇ ਖਾਣ ਲੱਗੇ, ਅਤੇ ਉਸ ਤੋਂ ਬਾਅਦ ਜਦੋਂ ਆਪਣੇ ਇੰਡੀਆ ਦੇ ਵਿੱਚ ਜੋ ਵੀ ਚੇਂਜਿਸ ਆਏ, ਠੀਕ ਹੈ, ਆਪਣੀ ਇੱਕ ਸਿਵਲਾਈਜੇਸ਼ਨ ਕ੍ਰੀਏਟ ਹੋਈ, ਠੀਕ ਹੈ, ਇਹ ਸਾਰੀਆਂ ਕੀ ਨੇ, ਆਪਣੇ ਮਿਡੀਵਲ ਹਿਸਟਰੀ ਆ ਗਈ। ਅਤੇ ਥਰਡ ਆਉਂਦੀ ਹੈ ਮਾਡਰਨ ਹਿਸਟਰੀ। ਮਾਡਰਨ ਹਿਸਟਰੀ ਦੇ ਵਿੱਚ ਕੀ ਹੁੰਦਾ ਹੈਗਾ, ਜਦੋਂ ਪੋਰਚੁਗੀਜ਼ ਜਿਹੜੇ ਮਤਲਬ ਕਿ ਵਾਸਕੋ ਡੀ ਗਾਮਾ ਬਾਰੇ ਤੁਸੀਂ ਸੁਣਿਆ ਹੋਊਗਾ, ਜਿਹੜਾ ਕਿ 1498 ਦੇ ਵਿੱਚ ਆਇਆ ਸੀ ਆਪਣੇ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਆਪਣੇ ਇੰਡੀਆ ਦੇ ਵਿੱਚ ਕੀ ਕੀ ਹੋ ਰਿਹਾ ਸੀ, ਠੀਕ ਹੈ, ਅੰਗਰੇਜ਼ ਕਦੋਂ ਆਏ ਕਦੋਂ ਗਏ, ਠੀਕ ਹੈ,
ਉਹ ਸਾਰਾ ਚੀਜ਼ਾਂ ਕਿਹਦੇ ਵਿੱਚ ਕੰਸੀਡਰ ਹੁੰਦੀਆਂ ਨੇ ਮਾਡਰਨ ਹਿਸਟਰੀ ਦੇ ਵਿੱਚ। ਦਿਸ ਡਿਵੀਜ਼ਨ ਟੂ ਹੈਜ਼ ਇਟਸ ਪ੍ਰੋਬਲਮਸ, ਇਹ ਡਿਵੀਜ਼ਨ ਦੀਆਂ ਵੀ ਆਪਣੀਆਂ ਪ੍ਰੋਬਲਮ ਸੀ ਜਿਹੜੀਆਂ ਕਿ ਭਾਰਤ ਨੂੰ 3 ਹਿੱਸਿਆਂ ਦੇ ਵਿੱਚ ਆਪਾਂ ਇੰਡੀਅਨ ਹਿਸਟਰੀ ਨੂੰ ਵੰਡ ਲਿਆ, ਠੀਕ ਹੈ, ਮਿਡੀਵਲ, ਐਂਸ਼ੀਅੰਟ ਅਤੇ ਮਾਡਰਨ ਦੇ ਵਿੱਚ। ਇਹਦੀਆਂ ਵੀ ਆਪਣੀਆਂ ਪ੍ਰੋਬਲਮ ਸੀ ਕਿਹੜੀਆਂ। ਇਟ ਇਜ਼ ਅ ਪੀਰੀਅਡਾਈਜੇਸ਼ਨ ਦੈਟ ਇਜ਼ ਬੋਰਡ ਫਰਮ ਦ ਵੈਸਟ ਐਂਡ ਵੇਅਰ ਦ ਮਾਡਰਨ ਪੀਰੀਅਡ ਵਾਜ਼ ਐਸੋਸੀਏਟਡ ਵਿਦ ਦ ਗਰੋਥ ਆਫ ਆਲ ਦ ਫੋਰਸਿਸ ਆਫ ਮਾਡਰਨਿਟੀ। ਪਰ ਕਹਿੰਦੇ ਇਹ ਚੀਜ਼ਾਂ ਆਪਾਂ ਬੋਰੋ ਤਾਂ ਕੀਤੀਆਂ ਸੀ, ਮਤਲਬ ਨਕਲ ਕਿਹਦੀ ਕੀਤੀ ਸੀ ਆਪਾਂ ਵੈਸਟਰਨ ਕੰਟਰੀਜ਼ ਤੋਂ ਲਿਆ ਸੀ, ਬਟ ਉਹਨਾਂ ਦੇ ਅਕੋਰਡਿੰਗ ਮਾਡਰਨ ਪੀਰੀਅਡ ਕਿਹੜਾ ਸੀਗਾ ਜਦੋਂ ਕਿ ਸਾਰੇ ਲੋਕ ਮਾਡਰਨ ਕਲਚਰ ਦੇ ਵਿੱਚ ਆ ਗਏ, ਮਾਡਰਨ ਟੈਕਨੀਕਸ ਨੂੰ ਫੋਲੋ ਕਰਨ ਲੱਗ ਗਏ। ਸਾਇੰਸ, ਰੀਜ਼ਨ, ਡੈਮੋਕ੍ਰੇਸੀ, ਲਿਬਰਟੀ ਐਂਡ ਇਕੁਐਲਿਟੀ, ਸਾਇੰਸ ਵੀ ਸੀਗਾ ਉਹਨਾਂ ਦੇ। ਜਦੋਂ ਮਾਡਰਨਿਟੀ ਉਹ ਕਿਸ ਚੀਜ਼ ਨੂੰ ਮੰਨਦੇ ਨੇ, ਜਦੋਂ ਲੋਕ ਸਾਇੰਸ ਦੀਆਂ ਗੱਲਾਂ ਨੂੰ ਮੰਨਣ ਲੱਗ ਗਏ। ਰੀਜ਼ਨ ਮਤਲਬ ਕਿ ਗੱਲਾਂ ਨੂੰ, ਅੰਧ ਵਿਸ਼ਵਾਸ ਨੂੰ ਪਰੇ ਰੱਖ ਕੇ ਆਪਣੀਆਂ ਰੀਜ਼ਨ ਮੰਗਣ ਲੱਗ ਗਏ, ਠੀਕ ਹੈ, ਕਿ ਹਾਂ ਇਹ ਇੱਦਾਂ ਕਿਉਂ ਹੈ। ਡੈਮੋਕ੍ਰੇਸੀ, ਆਪਣਾ ਲੀਡਰ ਆਪ ਚੁਣਨਾ, ਠੀਕ ਹੈ। ਲਿਬਰਟੀ, ਲੋਕਾਂ ਦੀ ਫਰੀਡਮ, ਮਤਲਬ ਲਿਬਰਟੀ ਦਾ ਮਤਲਬ ਆਜ਼ਾਦੀ, ਠੀਕ ਹੈ। ਅਤੇ ਇਕੁਐਲਿਟੀ ਦਾ ਮਤਲਬ ਬਰਾਬਰਤਾ। ਇਹ ਸਾਰੀਆਂ ਚੀਜ਼ਾਂ ਦੇ ਨਾਲ ਹੀ ਮਤਲਬ ਜਿਹੜੀ ਸੁਸਾਇਟੀ ਆ ਉਹ ਮਾਡਰਨਾਈਜ਼ ਹੋ ਸਕਦੀ ਹੈ। ਬਟ ਆਪਾਂ ਜਿਹੜਾ ਮਾਡਰਨਾਈਜ਼ ਸ਼ੁਰੂ ਕਦੋਂ ਕੀਤਾ ਹੈ, ਮਾਡਰਨ ਹਿਸਟਰੀ ਆਪਣੀ ਉਦੋਂ ਸ਼ੁਰੂ ਕੀਤੀ ਹੈ ਜਦੋਂ ਆਪਾਂ ਨੇ ਅੰਗਰੇਜ਼ ਦੇ ਆਉਣ ਤੋਂ ਪਹਿਲਾਂ, ਠੀਕ ਹੈ। ਮਿਡੀਵਲ ਵਾਜ਼ ਅ ਟਰਮ ਯੂਜ਼ ਟੂ ਡਿਸਕ੍ਰਾਈਬ ਅ ਸੋਸਾਇਟੀ ਵੇਅਰ ਥੀਸ ਫੀਚਰਸ ਆਫ ਮਾਡਰਨ ਸੋਸਾਇਟੀ ਡਿਡ ਨਾਟ ਐਗਜ਼ਿਸਟ। ਮਿਡੀਵਲ ਹਿਸਟਰੀ ਨੂੰ ਆਪਾਂ ਉਦੋਂ ਮਤਲਬ ਇਹ ਸਾਰੇ ਜਿਹੜੇ ਮਾਡਰਨ ਫੀਚਰਸ ਨੇ ਜਿਹੜੇ ਉਹ ਆਪਣੀ ਮਿਡੀਵਲ ਹਿਸਟਰੀ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੇ, ਠੀਕ ਹੈ, ਕਿਤੇ ਹੈ ਹੀ ਨਹੀਂ। ਕੈਨ ਵੀ ਅਨਕ੍ਰਿਟੀਕਲੀ ਅਸੈਪਟ ਦਿਸ ਕਰੈਕਟਰਾਈਜੇਸ਼ਨ ਆਫ ਦ ਮਾਡਰਨ ਪੀਰੀਅਡ ਟੂ ਡਿਸਕ੍ਰਾਈਬ ਦ ਪੀਰੀਅਡ ਆਫ ਆਰ ਸਟੱਡੀ। ਪਰ ਕਹਿੰਦੇ ਕੀ ਆਪਾਂ ਅਸੈਪਟ ਕਰ ਸਕਦੇ ਹਾਂ ਕਿ ਹਾਂ ਇਹ ਮਾਡਰਨ ਪੀਰੀਅਡ ਆਪਣੀ ਲਾਈਫ ਦਾ, ਠੀਕ ਹੈ, ਆਪਣੀ ਸਟੱਡੀ ਦੇ ਅਕੋਰਡਿੰਗ। As you will see in this book, under British rule, people did not have equality, freedom or liberty, nor was the period one of the economic growth and progress. Many historians therefore refer to this period as colonial. ਕਹਿੰਦੇ ਆਪਾਂ ਦੇਖਾਂਗੇ ਬ੍ਰਿਟਿਸ਼ ਦੇ ਰੂਲ ਦੇ ਅੰਡਰ ਲੋਕਾਂ ਦੇ ਕੋਲ ਬਰਾਬਰਤਾ ਨਹੀਂ ਸੀ, ਠੀਕ ਹੈ, ਫਰੀਡਮ ਨਹੀਂ ਸੀ, ਲਿਬਰਟੀ ਨਹੀਂ ਸੀ, ਠੀਕ ਹੈ, ਇਹ ਸਾਰੀਆਂ ਚੀਜ਼ਾਂ। ਅਤੇ ਨਾ ਹੀ ਉਹ ਪੀਰੀਅਡ ਦੇ ਵਿੱਚ ਆਪਣੇ ਇੰਡੀਆ ਦੀ ਕਿਤੇ ਇਕਨੋਮਿਕ ਆਪਣੇ ਪੈਸੇ ਨੂੰ ਲੈ ਕੇ, ਠੀਕ ਹੈ, ਇਕਨੋਮਿਕਲ ਕੋਈ ਆਪਣੀ ਗਰੋਥ ਹੋਈ ਹੈ ਜਾਂ ਪ੍ਰੋਗਰੈਸ ਹੋਈ ਹੈ, ਠੀਕ ਹੈ। ਸੋ ਉਸ ਚੀਜ਼ ਨੂੰ ਆਪਾਂ ਕੀ ਨਾਮ ਦੇਤਾ, ਕਲੋਨੀਅਲ ਪੀਰੀਅਡ, ਠੀਕ ਹੈ। ਕਲੋਨੀਅਲ ਕੀ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ।